सतनाम करता पुरख निर्भव निर्वैर अकाल मूरत अजूनी सैभंग गुर प्रसाद जप आद सच जुगाद सच है भी सच नानक होसी भी सच। हे प्राणनाथ गोबिंद है कृपा निधान जगद गुरो। हे संसार ताप हरणै करुणा मैं सब दुख हरो। हे शरण जोग दयाल है दीनानाथ मया करो। शरीर स्वस्थ खीण समय सिमरंत नानक राम दामोदर माधव है। सतनाम श्री वाहिगुरु साहिब जी। महला पंजवा। जीवन पद निर्बाण इको सिमरियै दूजी नाही जाए किन बिद धीरियै। डिठा सब संसार सुख ना नाम बिन। तन धन होसी छार जाने कोय जन। जुगो जुगा टल चंवर छत्र तखत दे मालक दसां पातशाहियां दी आत्मिक जोत हाजरा हजूर ज़ाहरा जहूर सर्व कला भरपूर धन धन साहिब श्री गुरु ग्रंथ साहिब महाराज जी दी पावन पवित्र हजूरी दे अंदर सुभाईमान गुरु प्यारी साध संगत जी। आओ गुरु चरणों दे विच हाज़रियां लवाइए। प्यार सत्कार सहित फतेह प्रवान करो जी। वाहिगुरु जी का खालसा वाहिगुरु जी की फतेह। सतगुरु जी ने महान बख्शिश की है। धन धन श्री गुरु ग्रंथ साहिब महाराज जी की पावन गोद के अंदर बैठन का सत्संगत करन का सुभाग समा सानू सारिਆਂ ਨੂੰ प्राप्त होया है। अमृत वेले के दीवाना की हाज़री भरते हुए आप जी ने बड़े प्यार सत्कार ते शरधा दे नाल सतगुरु जी की पावन बाणी आसा की वार का कीर्तन सत्कारयोग भाई साहब जी पासों सरवण किया है। हुण समा है गुरबाणी की लड़ीवार विचार का। गुरबाणी की लड़ीवार विचार के अंदर आप जी पंजवें पातशाह धन धन श्री गुरु अर्जन देव जी महाराज द्वारा गौड़ी राग दे विच उचारण की हुई वार दीयां पौड़ियां ते सलोकां दी विचार सरवण कर रहे हो। कल दे दीवान दे अंदर 16वीं पौड़ी दे नाल जो पहला सलोक सी उसकी विचार आपां कीती सी। अज दूजे सलोक की ते पौड़ी की विचार आपां करनी है। सो आओ सब तो पहला अपनियां मन बिरतियां नूं आपां एकागर करिए। सुरत नूं शब्द दे नाल
ਗੁਰਬਾਣੀ ਦੇ ਨਾਲ, ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੀਏ। ਸਮੂਹ ਸੰਗਤ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ। ਜੀਵਨ ਪਦ ਨਿਰਵਾਣ ਇੱਕੋ ਸਿਮਰਿਐ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਵਿੱਚ ਆ ਕੇ ਜੇ ਸਭ ਤੋਂ ਉੱਚੀ ਕੋਈ ਪਦਵੀ ਕਿਸੇ ਨੂੰ ਹਾਸਲ ਹੋਈ ਹੈ ਤਾਂ ਉਹ ਪਰਮਾਤਮਾ ਦਾ ਨਾਮ ਸਿਮਰਨ ਹੈ। ਲੋਕ ਦੁਨਿਆਵੀ ਜਿਹੜੀਆਂ ਪਦਵੀਆਂ ਹਨ, ਦੁਨਿਆਵੀ ਜਿਹੜੇ ਅਹੁਦੇ ਹਨ, ਉਹਨਾਂ ਦੇ ਵਾਸਤੇ ਬੜੀ ਮਸ਼ੱਕਤ ਕਰਦੇ ਨੇ, ਬੜੀ ਮਿਹਨਤ ਕਰਦੇ ਨੇ। ਕੋਈ ਮੁੱਖ ਮੰਤਰੀ ਦੀ ਪਦਵੀ ਚਾਹੁੰਦਾ ਹੈ, ਕੋਈ ਕਿਸੇ ਹੋਰ ਮੰਤਰੀ ਦੀ ਪਦਵੀ ਚਾਹੁੰਦਾ ਹੈ, ਕੋਈ ਪ੍ਰਧਾਨ ਮੰਤਰੀ ਦੀ ਪਦਵੀ ਚਾਹੁੰਦਾ ਹੈ, ਔਰ ਕੋਈ ਚਾਹੁੰਦਾ ਹੈ ਕਿ ਮੈਂ ਬਹੁਤ ਵੱਡਾ ਅਫਸਰ ਲੱਗ ਜਾਵਾਂ, ਉਹ ਪਦਵੀ ਮੈਨੂੰ ਉਹਦਾ ਪ੍ਰਾਪਤ ਹੋ ਜਾਏ। ਮਿਹਨਤ ਕਰਨੀ ਪੈਂਦੀ ਹੈ, ਲੋਕ ਮਿਹਨਤ ਕਰਦੇ ਨੇ, ਪਰ ਜਿਹੜਾ ਫਲ ਹੈ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿ ਮਿਹਨਤ ਕਰਨ ਵਾਲੇ ਨੂੰ ਉਹ ਮੁਕਾਮ ਹਾਸਲ ਨਹੀਂ ਹੁੰਦਾ, ਪਦਵੀ ਹਾਸਲ ਨਹੀਂ ਹੁੰਦੀ, ਕੋਈ ਹੋਰ ਲੈ ਜਾਂਦਾ ਹੈ। ਤੋ ਇਹ ਭਾਗਾਂ ਦੇ ਵਿੱਚ ਵੀ ਜਿਹੜੀ ਦਾਤ ਪਰਮਾਤਮਾ ਨੇ ਲਿਖੀ ਹੈ ਉਹੀ ਪ੍ਰਾਪਤ ਹੁੰਦੀ ਹੈ। ਪਰ ਜਦੋਂ ਆਪਾਂ ਅਧਿਆਤਮ ਦੀ ਦੁਨੀਆ ਦੀ ਗੱਲ ਕਰਦੇ ਹਾਂ ਤੇ ਅਧਿਆਤਮ ਦੀ ਦੁਨੀਆ ਦੇ ਅੰਦਰ ਜੋ ਸਭ ਤੋਂ ਵੱਡੀ ਪਦਵੀ ਹੈ ਉਹ ਹੈ ਪਰਮਾਤਮਾ ਦਾ ਸਿਮਰਨ ਕਰਕੇ ਉਹਦੇ ਵਿੱਚ ਇਹ ਭੇਦ ਹੋ ਜਾਣਾ। ਸਾਡੇ ਜੀਵਨ ਦਾ ਮਨੋਰਥ ਵੀ ਇਹੀ ਹੈ, ਜੋ ਸਾਨੂੰ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਹੈ ਨਾ ਮਨੁੱਖਾ ਜੀਵਨ ਬਖਸ਼ ਕੇ, ਉਹ ਇਸੇ ਕਰਕੇ ਦਿੱਤਾ ਹੈ ਕਿ ਅਸੀਂ ਇਹ ਪਦਵੀ ਪ੍ਰਾਪਤ ਕਰਨੀ ਹੈ। ਦੁਨਿਆਵੀ ਅਹੁਦਿਆਂ ਦੇ ਪਿੱਛੇ ਇੰਨਾ ਨਹੀਂ ਭੱਜਣਾ। ਔਰ ਜਿਨ੍ਹਾਂ ਨੇ ਇਹ ਪਦਵੀ ਪ੍ਰਾਪਤ ਕਰ ਲਈ ਨਾ, ਐਸਾ ਦੇਖਿਆ ਗਿਆ ਸੰਸਾਰ ਦੇ ਅੰਦਰ ਕਿ ਦੁਨਿਆਵੀ ਜਿਹੜੇ ਅਹੁਦਿਆਂ ਦੇ ਉੱਤੇ ਬੈਠੇ ਨੇ, ਜਿਨ੍ਹਾਂ ਦੇ ਕੋਲ ਦੁਨਿਆਵੀ ਪਦਵੀਆਂ ਨੇ, ਉਹ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰਾ ਕਰਦੇ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਜੀਵਨ ਪਦ ਨਿਰਵਾਣ ਇੱਕੋ ਸਿਮਰਿਐ। हे ਭਾਈ, ਇੱਕ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਤੇ ਉਹ ਪਰਮਾਤਮਾ ਜੋ ਨਿਰਵਾਣ ਹੈ, ਜਿਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕਾਮਨਾ ਨਹੀਂ, ਜੋ ਕਿਸੇ ਵੀ ਪ੍ਰਕਾਰ ਦੀ ਮਨ ਦੇ ਵਿੱਚ ਇੱਛਾ ਨਹੀਂ ਰੱਖਦਾ, ਜੋ ਸਾਰਿਆਂ ਨੂੰ ਦਾਤਾਂ ਦਿੰਦਾ ਤੇ ਹੈ, ਪਰ ਇਹ ਵੀ ਨਹੀਂ ਸੋਚਦਾ ਕਿ ਮੈਂ ਕਿਸੇ ਨੂੰ ਦਾਤ ਵੱਡੀ ਦੇ ਦਿੱਤੀ ਹੈ, ਇਹਦੀ ਸੇਵਾ ਇੰਨੀ ਨਹੀਂ ਸੀ, ਕਿਉਂਕਿ ਉਹ ਪਰਮਾਤਮਾ ਨਿਰਵਾਣ ਹੈ, ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ। ਸੋ ਐਸਾ ਜੋ ਨਿਰਵਾਣ ਪ੍ਰਭੂ ਹੈ, ਉਹਦਾ ਸਿਮਰਨ ਸਾਡੇ ਜੀਵਨ ਦਾ ਸਭ ਤੋਂ ਉੱਚਾ ਦਰਜਾ, ਸਭ ਤੋਂ ਉੱਚੀ ਪਦਵੀ ਹੈ। ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ। ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਕੋਈ ਦੂਸਰੀ ਜਗ੍ਹਾ ਨਹੀਂ। ਪਰਮਾਤਮਾ ਨੂੰ ਛੱਡ ਕੇ ਕਿੱਧਰ ਜਾਵਾਂਗੇ, ਕਿਉਂਕਿ ਉਹਦੇ ਤੋਂ ਬਿਨਾਂ ਕੋਈ ਸਾਡੀ ਬਾਂਹ ਫੜਨ ਵਾਲਾ ਨਹੀਂ। ਇਹ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਆਪਣਾ ਸਮਝਿਆ ਹੈ ਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੁਆਰਾ ਸਾਨੂੰ ਸਮਝਾ ਦਿੱਤਾ ਹੈ, ਸਾਨੂੰ ਗਾਈਡ ਕਰ ਦਿੱਤਾ ਹੈ ਕਿ ਭਾਈ ਇਹਨਾਂ ਦੇ ਵਿੱਚ ਸਾਡਾ ਆਪਣਾ ਕੋਈ ਵੀ ਨਹੀਂ। ਭਾਵੇਂ ਉਹ ਸਾਡਾ ਪਰਿਵਾਰ ਹੈ, ਭਾਵੇਂ ਮਾਤਾ ਪਿਤਾ ਨੇ, ਭੈਣ ਭਰਾ, ਧੀਆਂ ਪੁੱਤਰ ਨੇ, ਸਾਕ ਸੰਬੰਧੀ ਨੇ, ਦੋਸਤ ਮਿੱਤਰ ਨੇ, ਸਾਡਾ ਆਪਣਾ ਕੋਈ ਵੀ ਨਹੀਂ। ਜੈਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ, ਤਾਂ ਕਿ ਨਿਰਮਲ ਰੀਤ। ਮਹਾਰਾਜ ਕਹਿੰਦੇ ਨੇ ਕੋਈ ਵਿਰਲਾ ਹੀ ਇਸ ਗੱਲ ਨੂੰ ਜਾਣਦਾ ਹੈ ਕਿ ਸਾਡਾ ਸੱਚਾ ਮਿੱਤਰ ਇਸ ਸੰਸਾਰ ਦੇ ਵਿੱਚ ਕੌਣ ਹੈ। ਤੇ ਪਰਮਾਤਮਾ ਦੀ ਕਿਰਪਾ ਦੁਆਰਾ ਜਿਹਨੂੰ ਇਹ ਪਤਾ ਲੱਗ ਜਾਂਦਾ ਹੈ ਨਾ ਕਿ ਸਾਡਾ ਅਸਲ ਮਿੱਤਰ ਕੌਣ ਹੈ, ਮਹਾਰਾਜ ਕਹਿੰਦੇ ਨੇ ਉਹਦੀ ਜੀਵਨ ਜਾਚ ਜਿਹੜੀ ਹੈ ਉਹ ਬਦਲ ਜਾਂਦੀ ਹੈ।
ਉਹਦੇ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਹੈ। ਨਿਰਮਲ ਜੀਵਨ ਵਾਲਾ, ਪਵਿੱਤਰ ਜੀਵਨ ਵਾਲਾ ਉਹ ਮਨੁੱਖ ਬਣ ਜਾਂਦਾ ਹੈ। ਪਰ ਕੋਈ ਵਿਰਲਾ ਹੀ ਹੈ। ਆਪਾਂ ਸਾਰੇ ਜਿਨ੍ਹਾਂ ਨੂੰ ਆਪਣਾ ਸਮਝਦੇ ਹਾਂ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਅੰਤ ਵੇਲੇ ਕੋਈ ਸਹਾਇਤਾ ਨਹੀਂ ਕਰਦਾ, ਆਪਾਂ ਸਾਰੇ ਜਾਣਦੇ ਹਾਂ। ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਾਰਾ ਵਰਤਾਰਾ ਹੁੰਦਾ ਹੈ ਕਿ ਪਰਿਵਾਰ ਦੇ ਵਿੱਚੋਂ ਕੋਈ ਜੀਅ ਚਲਾ ਗਿਆ, ਉਹਦੇ ਨਾਲ ਦੂਸਰਾ ਕੋਈ ਨਹੀਂ ਜਾ ਸਕਦਾ, ਉਹਨੂੰ ਹੀ ਜਾਣਾ ਪੈਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਲੰਗ ਰਾਗ ਦੇ ਵਿੱਚ ਬਚਨ ਨੇ, ਜੋ ਉਹਨਾਂ ਨੇ ਫਾਰਸੀ ਭਾਸ਼ਾ ਦੇ ਵਿੱਚ ਉਚਾਰਨ ਕੀਤੇ ਨੇ, ਪਰਸ਼ੀਅਨ ਲੈਂਗੁਏਜ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਜ਼ਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ। ਜ਼ਨ ਦਾ ਅਰਥ ਹੈ ਇਸਤਰੀ, ਘਰ ਵਾਲੀ ਜਾਂ ਪਤੀ। ਤਾਂ ਮਹਾਰਾਜ ਕਹਿੰਦੇ ਨੇ, ਨਾ ਪਤੀ ਨਾ ਪਤਨੀ, ਨਾ ਘਰ ਵਾਲਾ ਨਾ ਘਰ ਵਾਲੀ, ਕੋਈ ਵੀ ਸਾਡੀ ਬਾਂਹ ਅਖੀਰ ਵੇਲੇ ਨਹੀਂ ਫੜ ਸਕਦਾ। ਜ਼ਨ ਪਿਸਰ ਪਦਰ ਬਿਰਾਦਰਾਂ, ਪਿਸਰ ਦਾ ਅਰਥ ਹੈ ਪੁੱਤਰ। ਨਾ ਪੁੱਤਰ ਸਾਨੂੰ ਰੋਕ ਸਕਦਾ ਜਾਣ ਲੱਗਿਆ। ਪਦਰ ਪਿਤਾ, ਬਿਰਾਦਰਾਂ ਭਰਾ, ਜਿਹੜੇ ਖਾਸ ਸਾਡੇ ਰਿਸ਼ਤੇ ਹਨ, ਜਿਹੜੇ ਖਾਸ ਸੰਬੰਧ ਨੇ ਸਾਡੇ ਇਸ ਸੰਸਾਰ ਦੇ ਵਿੱਚ, ਉਹਨਾਂ ਬਾਰੇ ਸਤਿਗੁਰੂ ਜੀ ਨੇ ਚਾਨਣਾ ਪਾਇਆ ਹੈ ਵੀ ਜੇ ਤੁਸੀਂ ਆਖੋ ਵੀ ਇਹ ਸਾਡੇ ਜੋ ਸਾਕ ਨੇ, ਇਹ ਜੋ ਸਾਡੇ ਸੰਬੰਧੀ ਹਨ, ਇਹ ਜੋ ਸਾਡਾ ਪਰਿਵਾਰ ਹੈ, ਇਹ ਅੰਤ ਵੇਲੇ ਸਾਡੀ ਸਹਾਇਤਾ ਕਰ ਦੇਗਾ, ਤੇ ਬਿਲਕੁਲ ਗਲਤ ਹੈ। ਕਿਸੇ ਭੁਲੇਖੇ ਦੇ ਵਿੱਚ ਨਾ ਰਹੋ। ਠੀਕ ਹੈ, ਪਰਮਾਤਮਾ ਨੇ ਸਾਨੂੰ ਇਹਨਾਂ ਦੇ ਨਾਲ ਇਸ ਜਨਮ ਦੇ ਵਿੱਚ ਮਿਲਾਇਆ ਹੈ। ਕੋਈ ਮਾਂ ਦੇ ਰੂਪ ਦੇ ਵਿੱਚ ਮਿਲਿਆ, ਕੋਈ ਪਿਤਾ ਦੇ ਰੂਪ ਦੇ ਵਿੱਚ ਮਿਲਿਆ, ਕੋਈ ਭੈਣ ਦੇ ਰੂਪ ਦੇ ਵਿੱਚ, ਕੋਈ ਭਰਾ ਦੇ ਰੂਪ ਦੇ ਵਿੱਚ, ਕੋਈ ਧੀ ਦੇ ਰੂਪ ਦੇ ਵਿੱਚ, ਕੋਈ ਪੁੱਤਰ ਦੇ ਰੂਪ ਦੇ ਵਿੱਚ ਸਾਡੇ ਨਾਲ ਇਸ ਸੰਸਾਰ ਦੇ ਵਿੱਚ ਇਸ ਜਨਮ ਦੇ ਵਿੱਚ ਮਿਲਿਆ। ਪਰ ਪਿਛਲੇ ਜਨਮ ਦੇ ਵਿੱਚ ਪਤਾ ਨਹੀਂ ਕਿਹਦੇ ਨਾਲ ਕੀ ਰਿਸ਼ਤੇਦਾਰੀ ਸੀ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਪਿਛਲੇ ਜਨਮਾਂ ਦੇ ਇਹਨਾਂ ਦੇ ਨਾਲ ਸਾਡੇ ਕੋਈ ਨਾ ਕੋਈ ਸੰਬੰਧ ਸਨ। ਸਤਿਗੁਰੂ ਜੀ ਦੇ ਅਗਲੇ ਬਚਨ ਨੇ, ਮਹਾਰਾਜ ਫਰਮਾਨ ਕਰਦੇ ਨੇ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਪੂਰਬਲੇ ਜਨਮਾਂ ਦੇ ਨਾਲ ਦੇ ਵਿੱਚ ਇਹਨਾਂ ਦੇ ਨਾਲ ਸਾਡੇ ਸੰਜੋਗ ਜੁੜੇ ਹੋਏ ਸਨ, ਜਿਸ ਕਰਕੇ ਸਾਨੂੰ ਇਸ ਜਨਮ ਦੇ ਵਿੱਚ ਇਹ ਮਿਲੇ ਨੇ, ਪਰ ਅੰਤ ਵੇਲੇ ਕਿਸੇ ਨੇ ਸਹਾਇਤਾ ਨਹੀਂ ਕਰਨੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜ਼ਨ ਪਿਸਰ ਪਦਰ ਬਿਰਾਦਰਾਂ ਕਸਨੇਸਤ ਦਸਤੰਗੀਰ। ਕੋਈ ਵੀ ਅੰਤ ਵੇਲੇ, ਦਸਤੰਗੀਰ ਦਾ ਅਰਥ ਹੈ ਹੱਥ ਫੜਨ ਵਾਲਾ। ਜਦੋਂ ਕੋਈ ਜੀਵ ਜਾਂਦਾ ਸੰਸਾਰ ਦੇ ਵਿੱਚੋਂ, ਕੋਈ ਹੈ ਜਿਹੜਾ ਹੱਥ ਫੜ ਕੇ ਉਹਨੂੰ ਰੋਕ ਸਕੇ, ਭਾਵੇਂ ਕਿੰਨਾ ਵੀ ਅਜ਼ੀਜ਼ ਕਿਉਂ ਨਾ ਹੋਵੇ, ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ, ਉਹਨੂੰ ਕੋਈ ਰੱਖ ਨਹੀਂ ਸਕਦਾ, ਉਹਨੂੰ ਕੋਈ ਬਚਾ ਨਹੀਂ ਸਕਦਾ। ਹਾਂ, ਜੇ ਇਸ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਹੋਏਗਾ, ਜੇ ਇਸ ਜੀਵਨ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਕਮਾਇਆ ਹੋਏਗਾ, ਗੁਰੂ ਦੇ ਬਚਨਾਂ ਤੇ ਚੱਲਿਆ ਹੋਏਗਾ ਨਾ ਜੀਵ, ਗੁਰੂ ਉਹਦੀ ਬਾਂਹ ਜ਼ਰੂਰ ਫੜਦਾ ਹੈ, ਪਰਮਾਤਮਾ ਉਹਦੀ ਬਾਂਹ ਜ਼ਰੂਰ ਫੜਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਵਿਪਦਾ ਦਾ ਸਮਾਂ ਆਉਂਦਾ ਨਾ, ਕਿ ਇੱਕ ਪਰਮਾਤਮਾ, ਉਸ ਵੇਲੇ ਇੱਕ ਪਰਮਾਤਮਾ ਪ੍ਰਭੂ ਹੀ ਜੀਵ ਦੀ ਸਹਾਇਤਾ ਕਰਦਾ ਹੈ, ਬਾਕੀ ਸਭ ਛੱਡ ਦਿੰਦੇ ਨੇ। ਭਾਵੇਂ ਜੀਵਨ ਦੇ ਵਿੱਚ ਦੁੱਖਾਂ ਦਾ ਸਮਾਂ ਆਉਂਦਾ ਹੈ, ਦੇਖ ਲਓ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਵਾਰੀ ਐਸਾ ਵਾਪਰਿਆ ਹੋਏਗਾ ਕਿ ਜਿੰਨਾ ਚਿਰ ਤੇ ਸੁੱਖ ਸੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕਉ ਨਾ ਆਵਤ ਨੇਰੈ। ਮਹਾਰਾਜ ਕਹਿੰਦੇ ਜਦੋਂ ਵਿਪਦਾ ਪੈਂਦੀ ਹੈ, ਜਿਹੜੇ ਨੇੜੇ ਨੇੜੇ ਹੋ ਕੇ ਢੁਕਦੇ ਨੇ ਨਾ ਸੁੱਖਾਂ ਦੇ ਵੇਲੇ, ਭੱਜਣ ਲੱਗਿਆ ਉਹ ਚਿਰ ਨਹੀਂ ਲਾਉਂਦੇ, ਉਹ ਹਟ ਜਾਂਦੇ ਨੇ ਪਿੱਛੇ। ਉਹ ਸਮਝ ਲੈਂਦੇ ਨੇ ਵੀ ਹੁਣ ਸਾਡਾ ਸਵਾਰਥ ਇਹਦੇ ਤੋਂ ਹੱਲ ਨਹੀਂ ਹੋ ਸਕਦਾ, ਬਲਕਿ ਇਹਨੇ ਸਾਡੇ ਤੋਂ ਕੋਈ ਨਾ ਕੋਈ ਮੰਗ ਕਰਨੀ ਹੈ, ਸਾਡੀ ਸਹਾਇਤਾ ਇਹਨੇ ਮੰਗਣੀ ਹੈ, ਚਲੇ ਜਾਂਦੇ ਨੇ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਪੰਜਾਬੀ ਦਾ ਕਵੀ ਹੈ, ਕਹਿੰਦਾ ਹੈ, ਵਿੱਚ ਸੁੱਖਾਂ ਦੇ ਸਾਰੀ ਦੁਨੀਆ, ਨੇੜੇ ਢੁਕ ਢੁਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ, ਜਦ ਬਾਜ਼ੀ ਪੁੱਠੀ ਪੈਂਦੀ। ਜਿਸ ਵੇਲੇ ਬਾਜੀ ਪੁੱਠੀ ਪੈਂਦੀ ਹੈ ਨਾ, ਹੁਣ ਤੇ ਬਾਜੀ ਸਿੱਧੀ ਚੱਲ ਰਹੀ ਹੈ,
ਜੀਵਨ ਦੇ ਵਿੱਚ ਸੁੱਖ ਆ ਰਹੇ ਨੇ, ਵਡਿਆਈਆਂ ਮਿਲ ਰਹੀਆਂ ਨੇ, ਤੇ ਸਾਰੇ ਆਲੇ ਦੁਆਲੇ ਘੇਰਾ ਪਾ ਕੇ ਬੈਠੇ ਨੇ। ਜਿਹਦੇ ਨਾਲ ਬੜੀ ਦੂਰ ਦੀ ਰਿਸ਼ਤੇਦਾਰੀ ਹੋਵੇਗੀ ਨਾ, ਉਹ ਵੀ ਕਹੇਗਾ ਕਿ ਮੇਰਾ ਖਾਸ ਹੈ, ਮੇਰੀ ਰਿਸ਼ਤੇਦਾਰੀ ਬੜੀ ਨੇੜੇ ਦੀ ਹੈ। ਜਦੋਂ ਕੋਈ ਉੱਚੇ ਅਹੁਦੇ ਤੇ ਬੈਠਾ ਹੁੰਦਾ, ਤੇ ਜਦੋਂ ਕੋਈ ਵਿਪਦਾ ਦਾ ਸਮਾਂ ਆਉਂਦਾ ਹੈ, ਜਦੋਂ ਕੋਈ ਦੁੱਖ ਦਾ ਸਮਾਂ ਆਉਂਦਾ ਹੈ, ਉਦੋਂ ਤੇ ਰਿਸ਼ਤੇਦਾਰ ਜਿਹੜੇ ਖਾਸ ਰਿਸ਼ਤੇਦਾਰ ਨੇ ਨਾ, ਉਹ ਵੀ ਨਾਤਾ ਤੋੜ ਲੈਂਦੇ ਹਨ। ਇਹ ਸੰਸਾਰ ਦੀ ਰੀਤ ਹੈ। ਸੋ ਇੱਕ ਪਰਮਾਤਮਾ ਤੋਂ ਬਿਨਾਂ ਕੋਈ ਸਾਡੀ ਬਾਂਹ ਫੜਨ ਵਾਲਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਭਾਈ ਵਿਪਦਾ ਦਾ ਸਮਾਂ ਆਇਆ ਹੈ, ਤੇ ਜੇਕਰ ਕੋਈ ਸਾਡੀ ਸਹਾਇਤਾ ਕਰ ਸਕਦਾ ਹੈ, ਸਾਨੂੰ ਸਹਾਰਾ ਦੇ ਸਕਦਾ ਹੈ, ਤਾਂ ਉਹ ਪਰਮੇਸ਼ਰ ਹੈ, ਵਾਹਿਗੁਰੂ ਹੈ। ਇਸ ਕਰਕੇ ਉਹਦੇ ਨਾਲ ਜੁੜੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਉਸ ਪਰਮਾਤਮਾ ਤੋਂ ਬਿਨਾਂ ਕੋਈ ਦੂਸਰੀ ਜਗ੍ਹਾ ਨਹੀਂ ਹੈ। ਇਸ ਕਰਕੇ ਜੇ ਆਪਾਂ ਕਹੀਏ ਵੀ ਕਿਸੇ ਹੋਰ ਥਾਂ ਤੋਂ ਸਾਨੂੰ ਸਹਾਇਤਾ ਪ੍ਰਾਪਤ ਹੋ ਜਾਏਗੀ, ਸਹਾਰਾ ਮਿਲ ਜਾਏਗਾ, ਤੇ ਮਹਾਰਾਜ ਕਹਿੰਦੇ ਨੇ ਇਹ ਸਾਡੇ ਮਨ ਦਾ ਵਹਿਮ ਤੇ ਹੋ ਸਕਦਾ, ਪਰ ਸੱਚਾਈ ਨਹੀਂ ਹੈ। ਕੇਵਲ ਇੱਕ ਪਰਮੇਸ਼ਰ ਦੀ ਓਟ ਲੈਣ ਨਾਲ ਹੀ, ਇੱਕ ਪਰਮਾਤਮਾ ਦਾ ਸਹਾਰਾ ਜੇਕਰ ਮਿਲ ਜਾਏ, ਤਾਂ ਸਾਡੇ ਜਿਹੜੇ ਦੁੱਖ ਨੇ, ਸਾਡੇ ਜਿਹੜੇ ਜੀਵਨ ਦੇ ਵਿੱਚ ਵਿਘਨ ਨੇ, ਉਹ ਸਾਰੇ ਦੂਰ ਹੋ ਸਕਦੇ ਹਨ। ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਮੈਂ ਸਾਰਾ ਸੰਸਾਰ ਦੇਖਿਆ ਹੈ, ਪਰ ਨਾਮ ਤੋਂ ਬਿਨਾਂ ਕੋਈ ਵੀ ਇਸ ਸੰਸਾਰ ਦੇ ਵਿੱਚ ਸੁਖੀ ਨਹੀਂ। ਜਿਹੜਾ ਵੀ ਸੁਖੀ ਹੋਇਆ ਹੈ ਨਾ, ਜਿਹਨੂੰ ਵੀ ਸੱਚਾ ਸੁੱਖ ਮਿਲਿਆ ਹੈ, ਉਹ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਮਿਲਿਆ ਹੈ। ਮਹਾਰਾਜ ਕਹਿੰਦਾ ਮੈਂ ਦੇਖ ਰਿਹਾ ਸੰਸਾਰ, ਦੇਖਿਆ ਹਰ ਮਨੁੱਖ ਦੁਖੀ ਹੈ। ਬਾਬਾ ਫਰੀਦ ਜੀ ਨੇ ਫੈਸਲਾ ਕੀਤਾ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਬਾਏ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਕਰ ਇਹ ਅੱਗ। ਇਹ ਜੋ ਅੱਗ ਹੈ ਨਾ, ਹਰ ਘਰ ਦੇ ਵਿੱਚ ਹੈ ਦੁੱਖਾਂ ਦੀ। ਬਾਬਾ ਫਰੀਦ ਜੀ ਕਹਿੰਦੇ ਨੇ, ਪਹਿਲਾਂ ਮੈਂ ਸੋਚਿਆ ਸੀ ਕਿ ਸ਼ਾਇਦ ਮੈਂ ਹੀ ਦੁਖੀ ਹਾਂ, ਕੇਵਲ ਮੈਨੂੰ ਹੀ ਦੁੱਖ ਲੱਗੇ ਨੇ ਸਾਰੇ। ਪਰ ਜਦੋਂ ਅਵਸਥਾ ਉੱਚੀ ਹੋਈ, ਉੱਚੇ ਚੜ੍ਹ ਕੇ ਦੇਖਿਆ, ਭਾਵ ਜਦੋਂ ਮੈਂ ਆਪਣੇ ਬਾਰੇ ਸੋਚਣ ਦੇ ਨਾਲ ਨਾਲ ਹੋਰ ਦੁਨੀਆ ਬਾਰੇ ਸੋਚਣਾ ਸ਼ੁਰੂ ਕੀਤਾ, ਮੇਰੇ ਮੁਰਸ਼ਦ ਨੇ, ਮੇਰੇ ਗੁਰੂ ਨੇ ਕਿਰਪਾ ਕੀਤੀ, ਮੈਨੂੰ ਸੋਝੀ ਗਿਆਨ ਬਖਸ਼ਿਆ, ਤੇ ਮੇਰੀ ਸੁਰਤ, ਮੇਰੀ ਅਵਸਥਾ ਥੋੜ੍ਹੀ ਉੱਚੀ ਹੋਈ, ਤੇ ਮੈਂ ਕੀ ਦੇਖਦਾ ਕਿ ਸਾਰਾ ਸੰਸਾਰ ਹੀ ਦੁਖੀ ਹੈ। ਇਹ ਦੁੱਖਾਂ ਦੀ ਅੱਗ ਸਾਰੇ ਘਰਾਂ ਦੇ ਵਿੱਚ ਹੈ। ਜਦੋਂ ਉੱਚਾ ਹੋ ਕੇ ਦੇਖਿਆ, ਜਦੋਂ ਅਵਸਥਾ ਉੱਚੀ ਹੋ ਗਈ, ਜਦੋਂ ਮੈਂ ਦੇਖਿਆ ਸੰਸਾਰ ਵਾਲੇ ਪਾਸੇ, ਤਾਂ ਹਰ ਬੰਦਾ ਦੁਖੀ ਹੈ, ਕੋਈ ਵੀ ਦੁੱਖ ਤੋਂ ਬਚਿਆ ਹੋਇਆ ਨਹੀਂ ਹੈ। ਕੇਵਲ ਉਹੀ ਸੁਖੀ ਹੈ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਗਾਏ ਹਨ, ਉਹ ਪ੍ਰਭੂ ਜੋ ਗੁਣਾਂ ਦਾ ਖਜ਼ਾਨਾ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਇਸ ਸੰਸਾਰ ਦੇ ਵਿੱਚ ਕੇਵਲ ਉਹੀ ਸੁਖੀ ਹੈ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ, ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਤੇ ਗੁਣ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਗਾਏ ਜਾ ਸਕਦੇ ਨੇ। ਆਪਣੇ ਯਤਨਾਂ ਦੇ ਨਾਲ ਤੇ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਜਾ ਸਕਦਾ, ਜਿੰਨਾ ਮਰਜ਼ੀ ਆਪਾਂ ਯਤਨ ਕਰੀਏ। ਸੋ ਮਹਾਰਾਜ ਕਹਿੰਦੇ ਨੇ ਉਹੀ ਸੁਖੀ ਹੈ, ਉਹਦਾ ਹੀ ਜਨਮ ਧਨ ਹੈ, ਉਹਦਾ ਸੰਸਾਰ ਦੇ ਵਿੱਚ ਆਉਣਾ ਸਫਲ ਹੈ, ਜਿਹਨੇ ਪਰਮਾਤਮਾ ਦੇ ਨਾਮ ਨੂੰ ਜਪਿਆ, ਪਰਮੇਸ਼ਰ ਦੇ ਗੁਣ ਗਾਏ ਹਨ। ਸੋ ਇਸ ਸੰਸਾਰ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਧਰੇ ਵੀ ਸੁਖ ਨਹੀਂ ਹੈ। ਤਨ ਧਨ ਹੋਸੀ ਛਾਰ, ਜਾਣੈ ਕੋਇ ਜਨ। ਮਹਾਰਾਜ ਕਹਿੰਦੇ ਨੇ ਕਿ ਸੰਸਾਰੀ ਜੀਵ ਨੇ ਨਾ, ਉਹ ਆਪਣੇ ਤਨ ਅਤੇ ਧਨ ਦੇ ਵਿੱਚੋਂ ਸੁਖ ਭਾਲਦੇ ਹਨ, ਪਰ ਉੱਥੇ ਸੁਖ ਨਹੀਂ ਹੈ। ਕਿਉਂਕਿ ਇਹ ਜਿਹੜਾ ਤਨ ਹੈ, ਇਹ ਵੀ ਮਿੱਟੀ ਹੋ ਜਾਣਾ, ਤੇ ਇਸ ਤਨ ਦੇ, ਇਸ ਸਰੀਰ ਦੇ ਮਿੱਟੀ ਹੋਣ ਦੇ ਨਾਲ ਨਾਲ ਜੋ ਸਾਡੇ ਕੋਲ ਮਾਇਆ, ਧਨ ਦੌਲਤ ਹੈ ਨਾ, ਜੋ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ, ਉਹ ਵੀ ਤਾਂ ਸਭ ਮਿੱਟੀ ਨੇ ਨਾ, ਉਹ ਸਾਡੇ ਕਿਸ ਕੰਮ ਦੀਆਂ ਨੇ। ਇੱਕ ਮੁਹਾਵਰਾ ਬੜਾ ਪੁਰਾਣਾ ਪੰਜਾਬੀ ਦੇ ਵਿੱਚ ਸੁਣਿਆ ਹੈ ਬਜ਼ੁਰਗਾਂ ਦੇ ਮੂੰਹ ਤੋਂ, ਕਿ ਆਪ ਮਰੇ
ਜਗ ਪਰਲੋ। ਜਦੋਂ ਆਪ ਹੀ ਮਨੁੱਖ ਜਿਹੜਾ ਖਤਮ ਹੋ ਗਿਆ ਤੇ ਉਹਦੇ ਭਾਣੇ ਤੇ ਪਰਲੋ ਉਦੋਂ ਹੀ ਆ ਗਈ। ਉਹਦੇ ਬਾਅਦ ਦੇ ਵਿੱਚ ਕੀ ਹੁੰਦਾ ਕੀ ਨਹੀਂ ਕਿਸੇ ਨੂੰ ਕੀ ਪਤਾ। ਸੋ ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਇਸ ਤਨ ਅਤੇ ਧਨ ਦੇ ਰਾਹੀਂ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਇਹ ਸਭ ਮਿੱਟੀ ਹੈ। ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਪਰਮਾਤਮਾ ਦਾ ਸੇਵਕ ਜਾਣਦਾ ਹੈ। ਰੰਗ ਰੂਪ ਰਸ ਬਾਦ ਕੇ ਕਰਹਿ ਪ੍ਰਾਣੀਆਂ। ਸਤਿਗੁਰੂ ਜੀ ਸਵਾਲ ਕਰ ਰਹੇ ਨੇ, ਹੇ ਪ੍ਰਾਣੀ ਤੂੰ ਕੀ ਕਰ ਰਿਹਾ ਹੈ? ਤੂੰ ਕਿਹੜੇ ਇਹਨਾਂ ਮਾਇਆ ਦੇ ਚੱਕਰਾਂ ਦੇ ਵਿੱਚ ਪੈ ਗਿਆ ਹੈ? ਤੈਨੂੰ ਰੰਗ ਰੂਪ ਤੇ ਰਸ ਦੇ ਵਿੱਚ ਆਨੰਦ ਆ ਰਿਹਾ ਹੈ। ਮਹਾਰਾਜ ਕਹਿੰਦੇ ਨੇ ਸਭ ਬੇਕਾਰ ਹੈ। ਬਾਦ ਦਾ ਅਰਥ ਹੈ ਬੇਕਾਰ, ਵਿਅਰਥ। ਮਹਾਰਾਜ ਕਹਿੰਦੇ ਨੇ ਰੰਗ ਵੀ, ਰੂਪ ਵੀ, ਰਸ ਵੀ, ਇਹ ਸਭ ਚੀਜ਼ਾਂ ਬੇਕਾਰ ਹਨ। ਹੇ ਪ੍ਰਾਣੀ ਤੂੰ ਇਹਨਾਂ ਦਾ ਖਹਿੜਾ ਛੱਡ, ਇਹਨਾਂ ਦਾ ਮੋਹ ਤਿਆਗ ਕੇ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਕਰ। ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਆਪ ਭੁਲਾ ਦਿੰਦਾ ਹੈ ਨਾ, ਉਹ ਫਿਰ ਇਸ ਗੱਲ ਨੂੰ, ਪਰਮਾਤਮਾ ਦੀ ਤਾਕਤ ਨੂੰ, ਉਹਦੀ ਸ਼ਕਤੀ ਨੂੰ ਨਹੀਂ ਜਾਣ ਸਕਦੇ। ਰੰਗ ਰਤੇ ਨਿਰਵਾਣ ਸੱਚਾ ਗਾਵਹੀ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਰੰਗ ਲੱਗਾ ਹੈ, ਰੰਗ ਦਾ ਅਰਥ ਹੈ ਪ੍ਰੇਮ, ਭਾਵ ਕਿ ਜਿਹੜੇ ਪਰਮਾਤਮਾ ਨੂੰ ਪ੍ਰੇਮ ਕਰਦੇ ਨੇ, ਔਰ ਇਹੀ ਸੱਚਾ ਰੰਗ ਹੈ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਜਿਹੜਾ ਮਜੀਠ ਦਾ ਰੰਗ ਹੈ ਨਾ, ਉਹਨੂੰ ਪੱਕਾ ਮੰਨਿਆ ਜਾਂਦਾ ਹੈ। ਇੱਕ ਰੰਗ ਕਸੁੰਬੇ ਦਾ ਹੈ, ਜਲਦੀ ਫਿੱਕਾ ਪੈ ਜਾਂਦਾ ਹੈ, ਉਹਨੂੰ ਕੱਚਾ ਰੰਗ ਕਿਹਾ। ਮਾਇਆ ਦਾ ਜਿਹੜਾ ਰੰਗ ਹੈ ਨਾ, ਉਹ ਕਸੁੰਬੇ ਦਾ ਰੰਗ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ। ਬਾਬਾ ਫਰੀਦ ਜੀ ਕਹਿੰਦੇ ਨੇ ਹੇ ਭਾਈ ਇਸ ਕਸੁੰਬੇ ਦੇ ਫੁੱਲ ਨੂੰ ਤੂੰ ਹੱਥ ਨਾ ਲਾ, ਇਹਨੇ ਸੁੱਕ ਜਾਣਾ ਹੈ। ਜਲ ਜਾਣਾ ਦਾ ਭਾਵ ਕਿ ਸੁੱਕ ਜਾਣਾ, ਮੁਰਝਾ ਜਾਣਾ। ਭਾਵ ਕਿ ਤੂੰ ਮਾਇਆ ਦੇ ਪ੍ਰੇਮ ਦੇ ਵਿੱਚ ਨਾ ਪੈ। ਇਹ ਰੰਗ ਜਿਹੜਾ ਹੈ ਅੱਜ ਨਹੀਂ ਤੇ ਕੱਲ ਜਿਹੜਾ ਹੈ ਫਿੱਕਾ ਪੈ ਜਾਣਾ ਹੈ। ਤੈਨੂੰ ਮਾਇਆ ਦੇ ਰਾਹੀਂ ਸਦੀਵੀ ਆਨੰਦ ਪ੍ਰਾਪਤ ਨਹੀਂ ਹੋ ਸਕਦਾ ਜੇ ਤੂੰ ਮਾਇਆ ਦਾ ਇਹ ਸੋਚੇ ਕਿ ਰੰਗ ਜਿਹੜਾ ਪੱਕਾ ਹੈ ਤੇ ਇਹ ਤੇਰੇ ਮਨ ਦਾ ਵਹਿਮ ਹੈ। ਜੇ ਤੂੰ ਸੱਚਾ ਰੰਗ ਚਾਹੁੰਦਾ ਹੈ ਤੇ ਜੇ ਤੂੰ ਪੱਕਾ ਰੰਗ ਚਾਹੁੰਦਾ ਹੈ ਤੇ ਉਹ ਮਜੀਠ ਰੰਗ ਭਾਵ ਪਰਮਾਤਮਾ ਦੇ ਨਾਮ ਦਾ ਰੰਗ ਹੈ। ਉਹ ਰੰਗ ਕਦੇ ਉਤਰਦਾ ਨਹੀਂ। ਰਾਮ ਰੰਗ ਕਦੇ ਉਤਰ ਨਾ ਜਾਏ। ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਐਸੇ ਮਹਾਨ ਸੂਰਬੀਰ ਯੋਧੇ ਜੋ 80 ਸਾਲ ਦੇ ਲਗਭਗ ਉਮਰ ਦੇ ਵਿੱਚ ਵੀ ਜਦੋਂ 18 ਸੇਰ ਭਾਰਾ ਖੰਡਾ ਚਲਾਉਂਦੇ ਨੇ, ਉਹਨਾਂ ਨੂੰ ਨਾ ਕਿ ਥਕਾਨ ਹੋਈ। 18 ਸੇਰ ਭਾਰਾ ਖੰਡਾ ਉਹਨਾਂ ਦੇ ਹੱਥ ਦੇ ਵਿੱਚ। ਅੱਜ ਵੀ ਆਪ ਜੀ ਫੋਟੋ ਦੇਖੋ ਨਾ, ਤਸਵੀਰ ਦੇਖੋ ਉਹਨਾਂ ਦਾ ਸਰੂਪ, ਤੇ ਖੰਡਾ ਹੱਥ ਦੇ ਵਿੱਚ ਹੈ, ਸੀਸ ਤਲੀ ਦੇ ਉੱਤੇ ਰੱਖਿਆ ਹੋਇਆ। ਔਰ ਉਹ ਇਸ ਉਮਰ ਦੇ ਵਿੱਚ ਹਰਿਮੰਦਰ ਸਾਹਿਬ ਜੀ ਦੀ ਆਜ਼ਾਦੀ ਦੇ ਵਾਸਤੇ ਉਹਨਾਂ ਨੇ ਜੰਗ ਲੜੀ। ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਚਾਉਣ ਦੇ ਵਾਸਤੇ, ਕਿਉਂਕਿ ਸਿੱਖ ਉਹੀ ਹੈ ਜਿਹੜਾ ਆਪਣੇ ਗੁਰੂ ਦੀ ਬੇਅਦਬੀ ਬਰਦਾਸ਼ਤ ਨਾ ਕਰੇ। ਗੁਰੂ ਦਾ ਅਦਬ ਸਭ ਤੋਂ ਜ਼ਰੂਰੀ ਹੈ ਇੱਕ ਸਿੱਖ ਦੇ ਵਾਸਤੇ। ਪ੍ਰਾਣ ਇੰਨੇ ਜ਼ਰੂਰੀ ਨਹੀਂ, ਆਪਣੀ ਜਾਨ ਇੰਨੀ ਪਿਆਰੀ ਨਹੀਂ ਸਿੱਖ ਨੂੰ ਜਿੰਨਾ ਅਦਬ ਤੇ ਸਤਿਕਾਰ ਗੁਰੂ ਦਾ ਪਿਆਰਾ ਹੈ। ਸੋ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ, ਚੱਲ ਪਏ। ਕੁਝ ਕੁ ਸਿੰਘ ਨਾਲ ਲਏ ਸਨ। ਜਦੋਂ ਗੋਲਵੜ ਦੇ ਮੈਦਾਨ ਦੇ ਵਿੱਚ ਚੱਬੇ ਦੇ ਲਾਗੇ ਪਹੁੰਚੇ ਤਾਂ ਐਸੇ ਮਰਜੀਵੜੇ ਨਾਲ ਬਹੁਤ ਸਾਰੇ ਜੁੜ ਚੁੱਕੇ ਸਨ ਜਿਨ੍ਹਾਂ ਨੂੰ ਗੁਰੂ ਦਾ ਅਦਬ ਤੇ ਗੁਰੂ ਦਾ ਪ੍ਰੇਮ ਜਿਹੜਾ ਸੀ ਪਿਆਰਾ ਸੀ। ਲੜਦੇ ਲੜਦੇ ਇੱਕੋ ਵਾਰ ਜਦੋਂ ਹੋਇਆ, ਦੁਸ਼ਮਣ ਦਾ ਵੀ ਹੋਇਆ, ਬਾਬਾ ਦੀਪ ਸਿੰਘ ਦਾ ਵੀ ਹੋਇਆ। ਦੁਸ਼ਮਣ ਜਿਹੜਾ ਸੀ ਉਹ ਖਤਮ ਹੋ ਗਿਆ ਤੇ ਬਾਬਾ ਦੀਪ ਸਿੰਘ ਦਾ ਸੀਸ ਜਿਹੜਾ ਸੀ ਧੜ ਨਾਲੋਂ ਅਲੱਗ ਹੋ ਗਿਆ। ਤੇ ਆਪਣੀ ਤਲੀ ਦੇ ਉੱਤੇ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਔਰ ਐਸਾ ਇਤਿਹਾਸ ਦੇ ਵਿੱਚ ਇੱਕ ਵਾਰ ਨਹੀਂ ਹੋਇਆ, ਕਈ ਸੂਰਬੀਰ ਯੋਧੇ ਇਸ ਤਰ੍ਹਾਂ ਲੜੇ ਨੇ। ਮੈਂ ਇਤਿਹਾਸ ਪੜ੍ਹ ਰਿਹਾ ਸਾਂ, ਰਾਜਸਥਾਨ ਦੇ ਰਹਿਣ ਵਾਲੇ
ਇੱਕ ਰਾਜਪੂਤ ਜਰਨੈਲ ਨੇ ਵੀ ਇਸੇ ਤਰ੍ਹਾਂ ਜੰਗ ਕੀਤੀ ਸੀ, ਉਹਦਾ ਵੀ ਸਿਰ ਜਿਹੜਾ ਸੀ ਨਾ ਧੜ ਨਾਲੋਂ ਅਲੱਗ ਹੋ ਗਿਆ, ਪਰ ਸ਼ਕਤੀ ਇੰਨੀ ਉਸ ਪਰਮਾਤਮਾ ਨੇ ਦਿੱਤੀ ਕਿ ਸੀਸ ਜਿਹੜਾ ਸੀ ਤਲੀ ਤੇ ਰੱਖ ਲਿਆ ਤੇ ਲੜਨ ਲੱਗ ਪਏ ਸਨ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਆਪਣਾ ਸੀਸ ਭੇਟ ਕੀਤਾ। ਰੰਗ ਲੱਗਾ ਸੀ ਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦਾ, ਇਸ ਕਰਕੇ ਜਿੰਨਾ ਚਿਰ ਉੱਥੇ ਜਾ ਕੇ ਆਪਣਾ ਸੀਸ ਭੇਟ ਨਹੀਂ ਕੀਤਾ, ਉਹਨਾਂ ਚਿਰ ਆਪਣਾ ਸਰੀਰ ਵੀ ਨਹੀਂ ਤਿਆਗਿਆ, ਪ੍ਰਾਣ ਵੀ ਨਹੀਂ ਤਿਆਗੇ। ਇੰਨਾ ਪ੍ਰੇਮ ਇੱਕ ਸਿੱਖ ਦਾ ਉਤਰਿਆ, ਉਹਨਾਂ ਦਾ ਰੰਗ ਨਹੀਂ ਉਤਰਿਆ। ਸ਼ਹਾਦਤ ਦਿੱਤੀ ਉਸ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਵਾਸਤੇ। ਜਿਸ ਅੰਮ੍ਰਿਤਸਰ ਸਰੋਵਰ ਦੇ ਵਿੱਚੋਂ ਜਿਹੜੇ ਕਾਂ ਜਿਹੜੇ ਸਨ ਬਣ ਕੇ ਤੇ ਹੰਸ ਬਣ ਕੇ ਨਿਕਲਦੇ ਸਨ, ਕਾਂ ਜਦੋਂ ਜਾਂਦੇ ਸਨ ਹੰਸ ਬਣ ਜਾਂਦੇ ਸਨ, ਇਸੇ ਤਰ੍ਹਾਂ ਜਿਹੜੇ ਕਾਵਾਂ ਵਾਲੀ ਬਿਰਤੀ ਵਾਲੇ ਮਨੁੱਖ ਸਨ ਉਹ ਹੰਸਾਂ ਵਾਲੀ ਬਿਰਤੀ ਵਾਲੇ ਬਣ ਜਾਂਦੇ ਸਨ। ਜਦੋਂ ਹਰਿਮੰਦਰ ਸਾਹਿਬ ਦਰਸ਼ਨ ਕਰਕੇ, ਬਾਣੀ ਪੜ੍ਹ ਕੇ, ਕੀਰਤਨ ਸੁਣ ਕੇ ਬਾਹਰ ਨਿਕਲਦੇ ਸਨ, ਉਹਨਾਂ ਦੇ ਸਾਰੇ ਔਗਣ, ਮਲੀਨਤਾ ਖਤਮ ਹੋ ਜਾਂਦੀ ਸੀ। ਸੋ ਐਸਾ ਰੰਗ ਚੜ੍ਹਦਾ ਹੈ ਪਰਮੇਸ਼ਰ ਦੇ ਪਿਆਰਿਆਂ ਨੂੰ ਕਿ ਕਦੇ ਉਤਰਦਾ ਨਹੀਂ ਹੈ, ਕਿਉਂਕਿ ਇਹ ਪੱਕਾ ਰੰਗ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਇਹ ਜਿਹੜਾ ਪਰਮਾਤਮਾ ਦੇ ਨਾਮ ਦਾ ਰੰਗ ਹੈ ਨਾ, ਜਿਨ੍ਹਾਂ ਨੂੰ ਚੜ੍ਹ ਜਾਂਦਾ ਹੈ, ਭਾਵ ਕਿ ਜੋ ਪ੍ਰਭੂ ਨਾਲ ਪ੍ਰੇਮ ਕਰਦੇ ਨੇ, ਉਹੀ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਨਾਨਕ ਸਰਣ ਦੁਆਰ ਜੇ ਤੁਧ ਭਾਵਹੀ। ਮਹਾਰਾਜ ਕਹਿੰਦੇ ਨੇ ਇੱਕੋ ਅਰਦਾਸ ਕਰੋ ਉਸ ਪਰਮਾਤਮਾ ਦੇ ਅੱਗੇ, ਹੇ ਪ੍ਰਭੂ ਜੇ ਤੈਨੂੰ ਚੰਗਾ ਲੱਗੇ ਨਾ ਤੇ ਮੈਨੂੰ ਵੀ ਆਪਣੀ ਸ਼ਰਨ ਦੇ ਵਿੱਚ ਰੱਖ, ਮੈਂ ਵੀ ਤੇਰੇ ਦੁਆਰ ਦੇ ਉੱਤੇ ਖੜਾ ਰਵਾਂ, ਮੈਂ ਵੀ ਤੇਰਾ ਹੀ ਦੁਆਰਾ ਦੇਖਾਂ, ਬਸ ਮੈਨੂੰ ਕੋਈ ਹੋਰ ਦਰ ਨਜ਼ਰ ਨਾ ਆਵੇ। ਕਿਉਂਕਿ ਇਹੀ ਦਰ ਹੈ ਸਾਧ ਸੰਗਤ ਜੀ, ਜਿਸ ਦਰ ਦੇ ਉੱਤੇ ਕੋਈ ਸਾਨੂੰ ਰੋਕਦਾ ਨਹੀਂ, ਕੋਈ ਸਾਨੂੰ ਟੋਕਦਾ ਨਹੀਂ। ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਦਰ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰ ਐਸਾ ਹੈ, ਇੱਥੇ ਰੋਕਿਆ ਨਹੀਂ ਜਾਂਦਾ ਕਿ ਭਾਈ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਹੈ, ਕਿਹੜੀ ਜਾਤੀ ਹੈ ਤੇਰੀ, ਕੋਈ ਪੁੱਛਦਾ? ਨਾ ਧਰਮ ਪੁੱਛਿਆ ਜਾਂਦਾ ਹੈ, ਨਾ ਜਾਤ ਪੁੱਛੀ ਜਾਂਦੀ ਹੈ, ਨਾ ਅਮੀਰੀ ਗਰੀਬੀ ਦੇਖੀ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਇੱਥੇ ਕੋਈ ਨਹੀਂ ਰੋਕਦਾ ਕਿਸੇ ਨੂੰ, ਜਿਹੜਾ ਮਰਜ਼ੀ ਆ ਸਕਦਾ ਹੈ। ਦੁਨੀਆ ਦਾ ਕੋਈ ਵੀ ਮਨੁੱਖ ਸ਼ਰਧਾ ਲੈ ਕੇ ਗੁਰੂ ਦੇ ਦਰ ਤੇ ਆ ਸਕਦਾ ਹੈ, ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਸਕਦਾ ਹੈ, ਮੂੰਹੋਂ ਮੰਗੀਆਂ ਜਿਹੜੀਆਂ ਮੁਰਾਦਾਂ ਨੇ ਉਹ ਪ੍ਰਾਪਤ ਕਰ ਸਕਦਾ ਹੈ। ਪ੍ਰੇਮ ਦੇ ਨਾਲ ਆਵੇ, ਸ਼ਰਧਾ ਦੇ ਨਾਲ ਆਵੇ, ਕਿਸੇ ਨੂੰ ਨਾ ਨਹੀਂ ਹੈ, ਕਿਸੇ ਨੂੰ ਮਨਾਹੀ ਨਹੀਂ। ਭਾਵੇਂ ਉਹ ਸੰਗਤ ਦੇ ਵਿੱਚ ਬੈਠੇ ਤੇ ਭਾਵੇਂ ਪੰਗਤ ਦੇ ਵਿੱਚ ਬੈਠੇ, ਕਿਸੇ ਨੂੰ ਕੋਈ ਮਨਾਹੀ ਨਹੀਂ। ਕੋਈ ਵੀ ਆ ਸਕਦਾ ਹੈ ਗੁਰੂ ਦੇ ਨਾਲ ਪ੍ਰੇਮ ਕਰਨ ਜੋ ਕਰਦਾ ਹੈ। ਸੋ ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਆਪਾਂ ਗੁਰੂ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੀਏ। ਭੁੱਲ ਚੁੱਕ ਦੀ ਖਿਮਾ।